ਉਹ ਸਟੇਟ ਕਿਹੜੀ ਹੈ? ਮਤਲਬ ਕਿ ਭਾਜਪਾ ਵਾਲੇ ਕਹਿੰਦੇ ਕਿਹੜੀ ਸਟੇਟ ਨਹੀਂ ਹੈਗੀ ਜਿਹੜੀ ਮੋਦੀ ਦੇ ਕਿਰਪਾ ਦੇ ਨਾਲ ਜਾਂ ਮੋਦੀ ਨਹੀਂ ਚਲਾ ਰਿਹਾ। ਇਹ ਤਾਂ ਕਹਿੰਦੇ ਜੀ ਸਾਰਾ ਕੁਝ ਮੋਦੀ ਦੀ ਕਿਰਪਾ ਨਾਲ ਬਣਦਾ। ਜਿਹੜੀ ਗਵਰਨਮੈਂਟ ਹੈ ਭਰੋਸਾ ਖੋ ਚੁੱਕੀ ਹੈ ਬਾਈ ਜੀ। 7 ਸਾਲ ਹੋ ਚੁੱਕਿਆ। ਨੋਟਬੰਦੀ ਦਾ ਫਾਇਦਾ ਦੱਸ ਦਿਓ ਮੈਨੂੰ, ਕਿਹਨੂੰ ਹੋਇਆ? ਆਮ ਲੋਕਾਂ ਦੇ ਕਿਤੇ ਗਰਾਊਂਡ ਲੈਵਲ ਤੇ ਉਸ ਦਾ ਕੋਈ ਫਾਇਦਾ ਨਿਕਲਿਆ? ਇਹਨਾਂ ਨੂੰ ਖੁਦ ਨੂੰ ਹੋ ਗਿਆ ਹੋਵੇ ਮੈਂ ਕਹਿ ਨਹੀਂ ਸਕਦਾ, ਪਰ ਮੈਨੂੰ ਨੋਟਬੰਦੀ ਦਾ ਕੋਈ ਫਾਇਦਾ ਨਹੀਂ ਹੋਇਆ। ਜਿਹੜੀਆਂ ਵੀ ਇਹ ਕਰਦੇ ਆ ਕਿ ਤਰੱਕੀ ਹੋ ਗਈ ਦੇਸ਼ ਦੀ ਤਰੱਕੀ ਦਾ ਕੋਈ ਮਾਪਦੰਡ ਤਾਂ ਹੋਊਗਾ ਨਾ, ਜਿੱਥੋਂ ਪਤਾ ਚੱਲ ਲੱਗਦਾ ਹੋਵੇ ਕਿ ਮੁਲਕ ਤਰੱਕੀ ਕਰ ਰਿਹਾ, ਸਾਡਾ ਦੇਸ਼ ਤਰੱਕੀ ਕਰ ਰਿਹਾ। ਇਹਨਾਂ ਨੇ ਜਿਹੜੇ ਕਾਰਪੋਰੇਟ ਘਰਾਣੇ ਆ, ਇਹਨਾਂ ਦਾ ਰੂਲ ਹੁੰਦਾ ਹੈ ਕਿ ਇੱਕ ਵਾਰੀ ਬਹੁਤਾਤ ਲੋਕਾਂ ਨੂੰ ਆਪਣੇ ਨਾਲ ਜੋੜ ਦਿਓ। ਉਹਦੇ ਨਾਲ ਹੁਣ 75% ਜੀਓ ਨਾਲ ਜੁੜ ਗਏ। ਦੂਜੇ ਮੁਕਾਬਲੇ 'ਚ 30% ਕੰਪਨੀਆਂ ਰਹਿ ਗਈਆਂ। ਕੀ ਉਹ ਇਹਨਾਂ ਦਾ ਮੁਕਾਬਲਾ ਕਰ ਪਾਉਣਗੀਆਂ? ਭੁੱਖ ਗਰੀਬੀ ਤੇ ਮਜਬੂਰੀ, ਰੋਟੀ ਡੰਗ ਦੀ ਮਿਲੇ ਨਾ ਪੂਰੀ, ਬੇਬਸ ਬਾਲ ਕਰਨ ਮਜ਼ਦੂਰੀ, ਜਿਨ੍ਹਾਂ ਨੇ ਲਿਖਣਾ ਪੜਨਾ ਸੀ। ਓਏ ਇਸ ਆਜ਼ਾਦੀ ਲਈ ਕਿਉਂ ਭਗਤ ਸਿਆਂ ਫਾਂਸੀ ਚੜਨਾ ਸੀ। ਦਬਲੀ ਕਰਜੇ ਨੇ ਕਿਰਸਾਨੀ, ਛੱਡ ਤੁਰ ਚੱਲੀ ਵਤ ਨੇ ਜਵਾਨੀ, ਲੋਕੋ ਕਿਸ ਕੰਮ ਦੀ ਕੁਰਬਾਨੀ, ਜਿੱਤ ਕੇ ਵੀ ਜੇ ਹਰਨਾ ਸੀ। ਇਸ ਆਜ਼ਾਦੀ ਲਈ ਕਿਉਂ ਵੀਰਿਆ ਫਾਂਸੀ ਚੜਨਾ ਸੀ। ਮੇਰਾ ਖਿਆਲ ਸਾਡੇ ਸ਼ਹੀਦਾਂ ਨੇ ਵੀ ਨਹੀਂ ਸੋਚਿਆ ਹੋਣਾ ਕਿ ਇਹ ਲੋਕ ਜਿਹੜੇ ਆਉਣਗੇ ਇਹ ਅੰਗਰੇਜ਼ਾਂ ਤੋਂ ਵੀ ਬੁਰੇ ਹੋਣਗੇ। ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਛੱਡ ਖੜਾ ਇਸ਼ਕੇ ਦਾ, ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ। ਬਾਈ ਜੀ ਗਾਣਾ ਗਾਇਆ ਸੀ, ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ। ਬਿਲਕੁਲ ਜੀ। ਪੰਜਾਬ ਨੂੰ ਜਿਨ੍ਹਾਂ ਨੇ ਉਜਾੜਨ ਦੀ ਕੋਸ਼ਿਸ਼ ਕੀਤੀ, ਇਹਦਾ ਇਤਿਹਾਸ ਗਵਾਹ ਕਿ ਖੁਦ ਹੀ ਉਜੜ ਜਾਂਦੇ ਨੇ। ਪਰ ਪੰਜਾਬ ਹੈ ਜਿਹੜਾ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਤੇ ਵਸਦਾ ਰਹੂਗਾ। ਪੰਜਾਬ ਇਕੱਲਾ ਇੰਡੀਆ ਦੀ ਧਰਤੀ ਤੇ ਨਹੀਂ ਵਸਦਾ। ਅੱਜ ਜਿੱਥੇ ਵੀ ਜਾਓਗੇ ਤੁਹਾਨੂੰ ਪੰਜਾਬ ਦੇਖਣ ਨੂੰ ਮਿਲੂ, ਚਾਹੇ ਯੂਰਪ ਦੇ ਕਿਸੇ ਕੰਟਰੀ, ਅਮਰੀਕਾ, ਕੈਨੇਡਾ, ਇੰਗਲੈਂਡ, ਜਿੱਥੇ ਵੀ ਨਾ ਲਓਗੇ ਤਾਂ ਪੰਜਾਬ ਵਸਦਾ ਹੈ। ਪਤਾ ਨਹੀਂ ਕਿੰਨੇ ਕੁ ਪੰਜਾਬ ਵਸਣ ਲੱਗ ਪਏ। ਉਹ ਸਟੇਟ ਕਿਹੜੀ ਹੈ? ਮਤਲਬ ਕਿ ਭਾਜਪਾ ਵਾਲੇ ਕਹਿੰਦੇ ਕਿਹੜੀ ਸਟੇਟ ਨਹੀਂ ਹੈਗੀ ਜਿਹੜੀ ਮੋਦੀ ਦੇ ਕਿਰਪਾ ਦੇ ਨਾਲ ਜਾਂ ਮੋਦੀ ਨਹੀਂ ਚਲਾ ਰਿਹਾ। ਇਹ ਤਾਂ ਕਹਿੰਦੇ ਜੀ ਸਾਰਾ ਕੁਝ ਮੋਦੀ ਦੀ ਕਿਰਪਾ ਨਾਲ ਵਸਦਾ। ਚਲੋ ਜੀ, ਲੋਕ ਦੇਖ ਰਹੇ ਨੇ। ਤੁਸੀਂ ਮੈਂ ਬੋਲ ਕੇ ਨਹੀਂ ਕਹਿ ਸਕਦਾ ਕਿ ਮੇਰੇ ਗਾਣੇ ਬਹੁਤ ਵਧੀਆ ਨੇ ਜਾਂ ਮੈਂ ਬਹੁਤ ਵਧੀਆ ਸਿੰਗਰ ਆ ਗਾ ਸਕਦਾ, ਜਦ ਤੱਕ ਲੋਕ ਨਹੀਂ ਉਸ ਨੂੰ ਰეკਮੈਂਡ ਕਰਦੇ ਕਿ ਇਹ ਹੈ। ਠੀਕ ਹੈ ਜੀ। ਲੋਕ ਇਹ ਗੱਲ ਮੰਨ ਰਹੇ ਨੇ ਕਿ ਸਾਨੂੰ ਬਹੁਤ ਫਾਇਦੇ ਹੋ ਗਏ ਮੋਦੀ ਗਵਰਨਮੈਂਟ ਦੇ। ਨੋਟਬੰਦੀ ਦਾ ਫਾਇਦਾ ਕਿਸੇ ਆਮ ਬੰਦੇ ਨੂੰ ਹੋ ਗਿਆ। ਜੋ ਵੀ ਇਹਨਾਂ ਨੇ ਯੋਜਨਾਵਾਂ ਕੀਤੀਆਂ ਕਿ ਉਹਦਾ ਫਾਇਦਾ ਲੋਕਾਂ ਤੱਕ ਪਹੁੰਚਿਆ, ਜਾਂ ਜੋ ਤੋਂ ਇਹਨੂੰ ਆਮਦਨ ਕੋਈ ਡਿਵੈਲਪਮੈਂਟ ਆਮ ਲੋਕਾਂ ਦੀ ਹੋਈ ਹੈ, ਇਹਨਾਂ ਦੀ ਖੁਦ ਦੀ ਹੋ ਗਈ ਹੋਵੇ, ਉਹ ਮੈਂ ਕਹਿ नहीं सकता। ठीक है जी। सरकार पे आपका विश्वास कायम रहा था, पर क्या आप सुप्रीम कोर्ट पे विश्वास रहेगा, क्योंकि ये मामला अब सुप्रीम कोर्ट पे जा चुका है? देखो जी, ਮੈਨੂੰ ਨਹੀਂ ਪਤਾ, ਸਭ ਰਲੇ ਮਿਲੇ ਨੇ जी। ਲਾਣਾ ਬਾਣਾ ਇਕੱਠਾ ਹੀ ਆ ਇਹ। ਹੁਣ ਮੈਂ ਤਾਂ ਇਹੀ ਕਹਾਂਗੇ, ਸਾਡਾ ਕਿਸਾਨ ਹੈ ਜਿਹੜਾ ਉਹ ਸੜਕਾਂ ਤੇ ਰੁਲ ਰਿਹਾ ਹੈ, जी। ਉਹੀ ਕਿਸਾਨ ਹੈ ਜਦੋਂ ਇਹ ਮਿਹਨਤਾਂ ਕਰਦੇ ਸੀ ਕਿ ਅਨਾਜ ਦੀ ਕਮੀ ਹੈ ਮੁਲਕ ਦੇ ਵਿੱਚ। ਜਦੋਂ ਆਜ਼ਾਦ ਹੋਇਆ ਹਰੀ ਕ੍ਰਾਂਤੀ ਲੈ ਕੇ ਆਇਆ, ਆਪਣੇ ਖੂਨ ਪਸੀਨੇ ਨਾਲ, ਬਿਨਾਂ ਭੁੱਖ ਤੇ ਦੇ ਬਿਨਾਂ ਧੁੱਪ ਠੰਡ ਦੇਖਿਆ, ਲੋਕਾਂ ਲਈ ਅਨਾਜ ਪੈਦਾ ਕੀਤਾ। ਫਿਰ ਹਰੀ ਕ੍ਰਾਂਤੀ ਤੋਂ ਬਾਅਦ ਚਿੱਟੀ ਕ੍ਰਾਂਤੀ ਲੈ ਕੇ ਆਇਆ, ਉਦੋਂ ਨਾਰਾ ਦਿੱਤਾ ਗਿਆ ਜੈ ਜਵਾਨ ਜੈ ਕਿਸਾਨ। ਤੇ ਹੁਣ ਇਹ ਉਹੀ ਕਿਸਾਨ ਜਿਹੜਾ ਸੜਕਾਂ ਤੇ ਰੁਲਦਾ। ਸਰਕਾਰ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਇਸ ਗੱਲ जब ये ऑर्डिनेंस, मैं आपकी बात से सहमत हूँ, जब ये ऑर्डिनेंस लाया गया तो ये कहा गया कि किसानों को इस चीज़ की बहुत ज़्यादा ज़रूरत है, क्योंकि जो किसान है वो अपने स्तर से नीचा जा रहा है, इसलिए ऑर्डिनेंस लाने की ज़रूरत पड़ी। चलो जी, सोच लेने की सरकार कह रही है। आपको कहीं फायदा हुआ है 7 साल में? कोई ऐसी योजना आई है जिसका आम लोगों पर असर पड़ा हो, उनकी जीवन पद्धर है जो उसका आप बात कर रहे हैं नोटबंदी की बात। हाँ, नोटबंदी का फायदा किसको हुआ? आम लोगों को हुआ? मुझे तो हुआ नहीं जी। आपको हुआ? किसी और? मोदी बार-बार में हम ट्रस्ट इशू ला सकते हैं कि जो लोगों को सरकार, लोगों का विश्वास उठ चुका है। लोग नहीं, लोगों को ये डर है कि हमारी ये बोल रहे हैं ये होगा, जियो सिम का जो आपको मुफ्त में मिले थे उसका फायदा अब आपको मिल रहा है। लोग डर गए हैं। वो उनको लगा कि एक बार ज़मीनों पे इनको कब्जा कर लिया, कॉन्ट्रैक्ट कर लिए, तो कौन हमारी ज़मीनें छुड़ाएगा? कौन जो बड़े बड़े जड़े फार्म बन जाएंगे, कहाँ उनकी हदबंदी होगी ज़मीन की, कहाँ उनका ट्यूबवेल होगा? सरकार यही चीज़ हमें समझाने पे लगी हुई है कि बिल कितना ज़्यादा लाभबंद है। तो कहीं ना हम इनको ये समझाएं कि किस तरीके से हमें लगता है कि हमारे लिए बिल नुकसानदायक है। नुकसानदायक है।
जी। मैं तो बोल रहा हूँ सरकार पे विश्वास उठ गया लोगों का। लोग तो नोटबंदी का किसको फायदा हुआ? इनको हुआ, जो हमें आम लोगों को हुआ। तो इसीलिए हम ये भरोसा नहीं है सरकार पर कि जो कह रही है हम उस पर विश्वास करें, इसीलिए लोग डरे हुए हैं। वो अखबार कहे कि हम आपको ये देंगे वो देंगे, लोग कहते हैं कि जो पहले चल रहा था वही चलने दो। आपको पैरेलल मंडी लेने की क्या जरूरत है? उसमें क्यों नहीं लेते आप? जहाँ सरकारी मंडी है वहाँ से खरीद क्यों नहीं करते? मनाही है अभी क्या? जी, मन की बात में आप मन की बात बताते हैं पर किसानों की मन की बात नहीं सुन नहीं, मन की बात अभी लोगों की सुननी चाहिए। साडे प्रधानमंत्री जी को जी, जी। आप अपनी तो बहुत सुना ली उसने, जी। जो जुलूस से निकलना था इंडिया का वो निकाल दिया, थाली खड़का दी, कभी मोमबत्ती। ऐसे बेवकूफ लोगों की हमें जरूरत नहीं है। तो हमें अपनी बात सुनाने के लिए हमेशा से आंदोलन करना पड़ेगा, इस तरीके से रास्ते में बैठना पड़ेगा। हम कोई सिंगर बन के यही नहीं आए हैं यहाँ, हम तो इनके भाई हैं। जब तक चलेगा तो साथ ही रहेंगे। अगर उन्हीं की कोई और भी प्रॉब्लम यहाँ सरकार कोई कार्रवाई करती है तब भी हम इनके साथ ही होंगे। जी, क्या आपको ऐसा लगता है कि आने वाले टाइम में बीजेपी और जो कांग्रेस एक चेहरा रहा है पार्टीज के नाम पे, सरकारों के नाम पे, किसानों में से भी ऐसी कोई सरकार निकल सकती है, ऐसी कोई पार्टी निकल सकती है जो आगे जाके निकल सकती है की बात नहीं, हम चाहते हैं कि निकलनी चाहिए। अब जो इस मोर्चे को संभाल रहे हैं वो ईमानदार लोग हैं, जो आज 2.5 महीने से बड़ी ईमानदारी के साथ लोगों को गाइड कर रहे हैं, जिस संघर्ष को चला रहे हैं। हम तो आस होगी हमें कि इनमें से लीडर निकलना चाहिए। इसीलिए जब ईमानदार लीडर होगा तो हमारे देश का भला होगा, हमारे देश की तरक्की होगी। ਤੇ ਭਾਜੀ ਲਗਾਤਾਰ ਨਰਿੰਦਰ ਮੋਦੀ ਇਹ ਕਹਿ ਰਿਹਾ ਵੀ ਇਹ ਕਾਨੂੰਨ ਵਾਪਸ ਨਹੀਂ ਹੋਣਗੇ, ਕਿਉਂਕਿ ਬੀਬੀ ਜੀ ਨੇ ਹਿੰਦੀ ਦੇ ਵਿੱਚ ਬਹੁਤ ਸਵਾਲ ਕਰ ਲਏ, ਸਾਡੇ ਰਹਿ ਗਏ ਸੀ। ਤੇ ਉਹ ਲਗਾਤਾਰ ਇਹੀ ਕਹਿ ਰਹੇ ਵੀ ਕਾਨੂੰਨ ਵਾਪਸ ਨਹੀਂ ਹੋਣਗੇ, ਬਹੁਤ ਚੰਗਾ ਖੁਸ਼ਹਾਲ ਕਰਤੇ, ਪਰ ਗੁੰਮਰਾਹ ਹੋਏ ਹੋਏ ਲੋਕ ਇੱਥੇ ਆਏ ਹੋਏ ਨੇ। ਬਾਈ ਜੀ ਤੁਸੀਂ ਮੈਂ ਆ ਸਾਰੇ ਖੜੇ ਆ, ਇਹ ਹਰਿਆਣੇ ਤੋਂ ਸਾਡੇ ਭਰਾ ਵੀ ਆ ਨਾਲ ਜੁੜਿਆ। ਮੇਰੀ ਕੀ ਦੁਸ਼ਮਣੀ ਹੈ ਇਹਦੇ ਨਾਲ? ਸਾਨੂੰ ਸਾਰਿਆਂ ਨੂੰ ਪਤਾ ਜਿਹੜੀ ਗਵਰਨਮੈਂਟ ਹੈ ਭਰੋਸਾ ਖੋ ਚੁੱਕੀ ਆ। ਬਾਈ ਜੀ 7 ਸਾਲ ਹੋ ਚੁੱਕਿਆ। ਨੋਟਬੰਦੀ ਦਾ ਫਾਇਦਾ ਦੱਸ ਦਿਓ ਮੈਨੂੰ ਕਿਹਨੂੰ ਹੋਇਆ? ਆਮ ਲੋਕਾਂ ਦੇ ਕਿਤੇ ਗਰਾਊਂਡ ਲੈਵਲ ਤੇ ਉਸ ਦਾ ਕੋਈ ਫਾਇਦਾ ਨਿਕਲਿਆ? ਇਹਨਾਂ ਨੂੰ ਖੁਦ ਨੂੰ ਹੋ ਗਿਆ ਹੋਵੇ ਮੈਂ ਕਹਿ ਨਹੀਂ ਸਕਦਾ, ਪਰ ਮੈਨੂੰ ਨੋਟਬੰਦੀ ਦਾ ਕੋਈ ਫਾਇਦਾ ਨਹੀਂ ਹੋਇਆ। ਸਾਡੇ ਤਾਂ ਪੈਸੇ ਜਿਹੜੇ ਆਮ ਲੋਕਾਂ ਦੇ ਵਿਚਾਰਿਆਂ ਦੇ ਸੰਭਾਲੀ ਹੋਈ ਪੂੰਜੀ ਸੀ ਉਹ ਵੀ ਇਹਨਾਂ ਨੇ ਕਢਵਾ ਲਈ ਉਸ ਸਮੇਂ ਦੇ ਵਿੱਚ। ਤੇ ਜਿਹੜੀਆਂ ਵੀ ਇਹ ਕਰਦੇ ਆ ਕਿ ਤਰੱਕੀ ਹੋ ਗਈ ਦੇਸ਼ ਦੀ ਤਰੱਕੀ ਦਾ ਕੋਈ ਮਾਪਦੰਡ ਤਾਂ ਹੋਊਗਾ ਨਾ, ਜਿੱਥੋਂ ਪਤਾ ਚੱਲ ਲੱਗਦਾ ਹੋਵੇ ਕਿ ਮੁਲਕ ਤਰੱਕੀ ਕਰ ਰਿਹਾ, ਸਾਡਾ ਦੇਸ਼ ਤਰੱਕੀ ਕਰ ਰਿਹਾ। ਸਾਡੀ ਤਾਂ ਜਿਹੜੀ ਇਕਨੋਮਿਕਲੀ ਜਿਹੜੀ ਕੰਡੀਸ਼ਨ ਹੈ ਉਹ ਦਿਨ ਬਾਅਦ ਦਿਨ ਖਰਾਬ ਹੋ ਰਹੀ ਹੈ। ਫਿਰ ਕਿਹੜੇ ਪਾਸਿਓਂ ਲੋਕ ਯਕੀਨ ਕਰਨ ਵੀ ਇਹ ਸਰਕਾਰ ਹੈ ਜਿਹੜੀ ਸਾਡੇ ਪੱਖ ਦੇ ਵਿੱਚ ਲੈ ਕੇ ਆ ਰਹੀ ਹੈ? ਜੀ ਉਹਦਾ ਸਿਮ ਜਦੋਂ ਇਹਨਾਂ ਨੇ ਦਿੱਤਾ ਉਹਦੇ ਵਿੱਚ ਤੁਹਾਨੂੰ ਉਹ ਸਹੂਲਤਾਂ ਹੁਣ ਮਿਲ ਰਹੀਆਂ ਨੇ। ਇਹਨਾਂ ਨੇ ਜਿਹੜੇ ਕਾਰਪੋਰੇਟ ਘਰਾਣੇ ਆ ਇਹਨਾਂ ਦਾ ਰੂਲ ਹੁੰਦਾ ਹੈ ਕਿ ਇੱਕ ਵਾਰੀ ਬਹੁਤਾਤ ਲੋਕਾਂ ਨੂੰ ਆਪਣੇ ਨਾਲ ਜੋੜ ਦਿਓ। ਉਹਦੇ ਨਾਲ ਹੁਣ 75% ਜੀਓ ਨਾਲ ਜੁੜ ਗਏ, ਦੂਜੇ ਮੁਕਾਬਲੇ 'ਚ 30% ਕੰਪਨੀਆਂ ਰਹਿ ਗਈਆਂ। ਕੀ ਉਹ ਇਹਨਾਂ ਦਾ ਮੁਕਾਬਲਾ ਕਰ ਪਾਉਣਗੀਆਂ? ਨਹੀਂ ਕਰ ਪਾਉਣਗੀਆਂ ਨਾ। ਜੇ ਉਹ 500 ਰੁਪਏ ਮਹੀਨਾ ਦੀ ਵੀ ਲਾਗਤ ਰੱਖਦੇ ਨੇ ਤਾਂ ਜੀਓ ਜੇ 400 ਵੀ ਰੱਖਦਾ ਤਾਂ ਇਹਦਾ ਪ੍ਰੋਫਿਟ ਵੱਧਦਾ, ਕਿਉਂਕਿ 75% ਇਹਦੇ ਨਾਲ ਜੁੜ ਚੁੱਕੇ ਨੇ। ਤੇ ਇਸ ਕਰਕੇ ਲੋਕ ਡਰੇ ਹੋਏ ਨੇ। ਉਹ ਕਹਿੰਦੇ ਮੰਡੀਆਂ ਖਤਮ ਕਰਨ ਦੀ ਲੋੜ ਕੀ ਆ? ਉਸੇ ਮੰਡੀ 'ਚੋਂ ਖਰੀਦ ਆਪਾਂ ਹੁਣ 1800 ਨੂੰ ਝੋਨਾ 1850 ਨੂੰ ਜਿਹੜਾ ਵਿਕਿਆ, ਕੌਣ ਕਹਿੰਦਾ ਕਿ ਮੰਡੀ 'ਚੋਂ 2000 ਨੂੰ ਨਾ ਲੈ ਕੇ ਜਾਵੇ? ਇਹਨਾਂ ਨੂੰ ਚੱਕਣਾ ਚਾਹੀਦਾ, ਮੰਡੀ 'ਚੋਂ ਲੈ ਜਾਣਾ ਚਾਹੀਦਾ। ਤੇ ਬਾਈ ਜੀ ਕਿਵੇਂ ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ? ਕਿਉਂਕਿ ਲਗਾਤਾਰ ਹੁਣ ਨਰਿੰਦਰ ਮੋਦੀ ਤਾਂ ਇਹੀ ਕਹਿ ਰਹੇ ਵੀ ਮੈਂ ਕਾਰਪੋਰੇਟ ਵਗੈਰਾ ਕਿ ਨਹੀਂ ਹੋ ਰਿਹਾ। 1 ਕਰੋੜ ਤੋਂ ਵੱਧ ਸਿਮ ਜਿਹੜਾ ਪੋਰਟ ਹੋ ਚੁੱਕਿਆ ਹੈ। ਅੰਬਾਨੀ ਅਡਾਨੀ ਵੀ ਉਹਨੂੰ ਨਹੀਂ ਨਸੀਹਤ ਦੇ ਰਹੇ ਵੀ ਸਾਡਾ ਨੁਕਸਾਨ ਹੋਇਆ, ਚਲੋ ਵਾਪਸ ਕਰ। ਬਾਈ ਜੀ ਜਦੋਂ ਰਲੇ ਹੁੰਦੇ ਆ ਨਾ ਸਾਰਿਆਂ ਦਾ ਨੁਕਸਾਨ ਹੋ ਰਿਹਾ। ਉਹਨਾਂ ਨੂੰ ਪਤਾ ਵੀ ਜੇ ਸੰਘਰਸ਼ ਦੇ ਵਿੱਚ ਅਸੀਂ ਬਿੱਲ ਵਾਪਸ ਲੈ ਲਿਆ ਤਾਂ ਬਹੁਤ ਵੱਡਾ ਜਿਹੜਾ ਆਰਥਿਕ ਨੁਕਸਾਨ ਹੈ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਝੱਲਣਾ ਪਊਗਾ। ਕੋਈ ਵੀ ਨਹੀਂ ਕਹਿੰਦਾ ਕਿ ਮੇਰਾ ਲਾਸ ਹੋਵੇ। ਉਹ ਲੋਕਾਂ ਨੂੰ ਫਿਰ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ। ਲੋਕਾਂ ਨੂੰ ਡਰ ਹੈ ਕਿ ਸਾਡੇ ਕੋਲੇ ਆਹੀ ਸਾਡੀਆਂ ਜ਼ਮੀਨਾਂ ਹੀ ਨੇ ਜਿਹਦੇ ਤੌਰ ਤੇ ਅਸੀਂ ਆਰਥਿਕ ਤੌਰ ਤੇ ਬਚੇ ਹੋਏ ਆ। ਅਗਰ ਇਹ ਘਰਾਣਿਆਂ ਦੇ ਹੱਥ ਆ ਗਈ ਤਾਂ ਬੇਰੁਜ਼ਗਾਰੀ ਵੱਧ ਜਾਣੀ ਆ। ਵੱਡੇ ਫਾਰਮਿੰਗ ਜੇ ਕਹਿੰਦੇ ਕੰਟਰੈਕਟ ਕਰਨੇ ਤੇ ਵੱਡੀਆਂ ਮਸ਼ੀਨਾਂ, ਆਮ ਲੋਕ ਵਿਹਲੇ ਹੋਣਗੇ। ਫਿਰ ਵਿਹਲਾ ਬਨਸ਼ਤਾਨ ਦਾ ਘਰ ਜਿਹੜਾ ਮਾਹੌਲ ਹੈ ਉਹ ਦੇਸ਼ ਦਾ ਖਰਾਬ ਵੀ ਹੋਊਗਾ। ਤੇ ਪਰ ਉਹ ਤੋਂ ਪਹਿਲਾਂ ਕਿ ਲੋਕਾਂ ਨੂੰ ਯਕੀਨ ਹੀ ਨਹੀਂ ਕਿ ਉਹ ਕਹਿੰਦੇ ਕਿ ਸਾਡੇ ਬਿੱਲ ਹੈ ਜਿਹੜੇ ਵਾਪਸ ਕੀਤੇ ਜਾਣ। ਅਸੀਂ ਆਪ ਕਿਸਾਨਾਂ ਦੇ ਨਾਲ, ਸਾਨੂੰ ਇਹ ਸਰਕਾਰਾਂ ਤੇ ਕੋਈ ਭਰੋਸਾ ਨਹੀਂ। ਤੇ ਮੈਂ ਅਪੀਲ ਕਰੂੰਗਾ ਜੇ ਸਾਡੀਆਂ ਗੱਲਾਂ ਕਿਤੇ ਪਹੁੰਚਦੀਆਂ ਹੋਣ ਸੈਂਟਰ ਗਵਰਨਮੈਂਟ ਨੂੰ ਕਿ ਇਹ ਜਿਹੜੇ ਬਿੱਲ ਵਾਪਸ ਲਏ ਜਾਣ ਤੇ ਕਿਸਾਨਾਂ ਸੁਖੀ ਆਪਣੇ ਘਰ ਜਾਣ। ਤੇ ਇੱਕ ਗੀਤ ਦੇ ਨਾਲ ਮੈਂ ਕਹਾਂਗਾ ਸਮਾਪਤੀ ਕਰ। ਗੀਤ ਭਾਈ ਜੀ ਬਹੁਤ ਹੈ ਨਾ। ਕਦੇ ਜੀ ਕਰਦਾ ਵੀ ਅਸੀਂ ਚੜ੍ਹਦੀ ਕਲਾ ਦੇ ਗਾਣੇ ਗਾਈਏ, ਕਦੇ ਜੀ ਕਰਦਾ ਆਪਣੇ ਮੁਲਕ ਦੇ ਰੋਣੇ ਰੋਈਏ। ਜੋ ਡਾਕੇ ਸਾਡੇ ਹੱਕਾਂ ਤੇ ਸਾਡੀ ਜਨਤਾ ਨਾਲ ਧੋਖੇ ਇਹ ਸਾਡੀ ਹੁਣ ਤੱਕ ਸਰਕਾਰਾਂ ਕਰਦੀਆਂ ਆਈਆਂ। ਮੈਨੂੰ ਲੱਗਦਾ ਅੰਗਰੇਜ਼ਾਂ ਨੇ ਵੀ ਨਹੀਂ ਕੀਤੇ ਹੋਣੇ ਇੰਨੇ, ਇੱਥੇ ਹੱਦ ਤੱਕ ਗਿਰ ਗਏ। ਤੇ ਮੈਂ 2 ਲਾਈਨਾਂ ਜ਼ਰੂਰ ਗਾਊਂਗਾ। ਹੋ ਦੇਸ਼ ਆਜ਼ਾਦ ਕਦੋਂ ਦਾ ਹੋਇਆ, ਅੱਜ ਕਿਸ ਮੋੜ ਤੇ ਆਣ ਖਲੋਇਆ। ਤੱਕਿਆ ਹਾਲ ਬੜਾ ਦਿਲ ਰੋਇਆ, ਅੱਖੀਆਂ ਨੇ ਤਾਂ ਭਰਨਾ ਸੀ।
ਓਏ ਇਸ ਆਜ਼ਾਦੀ ਲਈ ਕਿਉਂ ਭਗਤ ਸਿਆਂ ਫਾਂਸੀ ਚੜਨਾ ਸੀ। ਭੁੱਖ ਗਰੀਬੀ ਤੇ ਮਜਬੂਰੀ, ਰੋਟੀ ਡੰਗ ਦੀ ਮਿਲੇ ਨਾ ਪੂਰੀ, ਬੇਬਸ ਬਾਲ ਕਰਨ ਮਜ਼ਦੂਰੀ, ਜਿਨ੍ਹਾਂ ਨੇ ਲਿਖਣਾ ਪੜਨਾ ਸੀ। ਓਏ ਇਸ ਆਜ਼ਾਦੀ ਲਈ ਕਿਉਂ ਭਗਤ ਸਿਆਂ ਫਾਂਸੀ ਚੜਨਾ ਸੀ। ਦੱਬ ਲਈ ਕਰਜੇ ਨੇ ਕਿਰਸਾਨੀ, ਛੱਡ ਤੁਰ ਚੱਲੀ ਵਤ ਨੇ ਜਵਾਨੀ, ਲੋਕੋ ਕਿਸ ਕੰਮ ਦੀ ਕੁਰਬਾਨੀ, ਜਿੱਤ ਕੇ ਵੀ ਜੇ ਹਰਨਾ ਸੀ। ਇਸ ਆਜ਼ਾਦੀ ਲਈ ਕਿਉਂ ਵੀਰਿਆ ਫਾਂਸੀ ਚੜਨਾ ਸੀ। ਮੇਰਾ ਖਿਆਲ ਸਾਡੇ ਸ਼ਹੀਦਾਂ ਨੇ ਵੀ ਨਹੀਂ ਸੋਚਿਆ ਹੋਣਾ ਕਿ ਇਹ ਲੋਕ ਜਿਹੜੇ ਆਉਣਗੇ ਇਹ ਅੰਗਰੇਜ਼ਾਂ ਤੋਂ ਵੀ ਬੁਰੇ ਹੋਣਗੇ। ਬਿਲਕੁਲ ਜੀ, ਸੋ ਇਹ ਸੀ ਹਰਜੀਤ ਹਰਮਨ ਜਿਨ੍ਹਾਂ ਨੇ ਕਿਸਾਨ ਸੰਘਰਸ਼ ਦੇ ਵਿੱਚ, ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ। ਕਲਾਕਾਰ ਭਰਾ ਆਏ ਹੋਏ ਨੇ, ਕਲਾਕਾਰ ਭਰਾਵਾਂ ਦੇ ਨਾਲ ਜਿਹੜੇ ਹੋਰ ਲੋਕ ਵੀ ਹੈਗੇ ਨੇ ਉਹ ਇੱਥੇ ਦਿਖੇ ਨੇ, ਤੇ ਉਹਨਾਂ ਦਾ ਇਹੀ ਕਹਿਣਾ ਹੈ ਨੌਜਵਾਨਾਂ ਨੂੰ, ਨਰਿੰਦਰ ਮੋਦੀ ਨੂੰ ਹਰ ਕੋਈ ਇਹ ਅਪੀਲ ਕਰ ਰਿਹਾ ਵੀ ਅਜੇ ਵੀ ਸਮਾਂ ਹੈ, ਇਹਨਾਂ ਕਾਨੂੰਨਾਂ ਨੂੰ ਜਲਦ ਵਾਪਸ ਲਿਆ ਜਾਵੇ। ਮਨਵਿੰਦਰ ਟਿਵਾਣੇ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਹਰਿਆਣਾ।